ਧੰਨ ਵਾਹਿਗੁਰੂ ਜੀ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੁਪੈ ਸੁਆਮੀ, ਮਾਨਸ ਕੀ ਗਤ ਏਹੀ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮਹਰ ਜਾਨਹੁ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਸੰਗਤ ਜੀ ਹਾਜ਼ਰੀਆਂ ਭਰ ਕੇ ਜੀਵਨ ਦੇ ਅਮੋਲਕ ਸਮੇਂ ਨੂੰ ਸਫਲਾ ਕਰ ਰਹੇ ਹੋ। ਆਪ ਸੰਗਤ ਦੇ ਉਪਰਾਲੇ ਸਦਕਾ 15ਵਾਂ ਮਹਾਨ ਗੁਰਮਤਿ ਸਮਾਗਮ ਸਮੁੱਚੇ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਆਪ ਜੀ ਨੇ ਆਰੰਭਤਾ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਕਰਾਈ ਹੈ। ਉਪਰੰਤ ਸਤਿਕਾਰਯੋਗ ਸੰਤ ਬਾਬਾ ਮਹਿੰਦਰ ਸਿੰਘ ਜੀ ਅਸਥਾਨ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਆਪ ਜੀ ਨੂੰ ਗੁਰਬਾਣੀ ਕੀਰਤਨ ਜਥੇ ਸਮੇਤ ਸਰਵਨ ਕਰਾ ਕੇ ਗਏ ਹਨ। ਕੁਝ ਸਮੇਂ ਵਾਸਤੇ ਹੁਕਮ ਹੋਇਆ ਕਿ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਸਕੀਏ। ਆਪ ਸੰਗਤ ਅਸੀਸ ਬਖਸ਼ੋ, ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਣਾ ਕਰੀਏ, ਮਨ ਬਿਰਤੀਆਂ ਇਕਾਗਰ ਕਰੋ, ਅਦਬ ਪਿਆਰ ਸਤਕਾਰ ਸਹਿਤ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਜਿੱਥੇ ਅਸੀਂ ਸਤਿਗੁਰੂ ਮਹਾਰਾਜ ਜੀ ਦੇ ਉਚਾਰਨ ਕੀਤੀ ਬਾਣੀ ਦੇ ਦਰਸ਼ਨ ਕਰਦੇ ਹਾਂ, ਛੇ ਗੁਰੂ ਸਾਹਿਬਾਨ ਬਾਣੀ ਦੇ ਉਚਾਰਨ ਕਰਤਾ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 15 ਭਗਤਾਂ ਦੀ ਬਾਣੀ ਸ਼ਾਮਲ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 11 ਭੱਟ ਤੇ 4 ਗੁਰਸਿੱਖਾਂ ਦੀ ਬਾਣੀ ਜਿਹੜੀ ਹੈ ਉਹ ਸ਼ਾਮਲ ਹੈ। ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਉਸ ਵੇਲੇ ਅਸੀਂ 15 ਭਗਤਾਂ ਤੋਂ ਇਲਾਵਾ ਹੋਰ ਵੀ ਜਿਹੜੇ ਭਗਤ ਨੇ ਉਹਨਾਂ ਦੇ ਨਾਮ ਪੜ੍ਹਦੇ ਹਾਂ, ਪਰ ਉਹਨਾਂ ਦੀ ਬਾਣੀ ਵਿੱਚ ਦਰਜ ਨਹੀਂ ਹੈ। ਬੇਨਤੀ ਸਮਝਿਓ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਭਗਤ ਕਬੀਰ, ਬਾਬਾ ਫਰੀਦ, ਰਵਿਦਾਸ ਨਾਮ ਦੇ 15 ਭਗਤ ਨੇ
ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਔਰ ਜਿਨ੍ਹਾਂ ਦੀ ਬਾਣੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਪਰ ਕੁਝ ਐਸੇ ਭਗਤ ਨੇ ਜਿਨ੍ਹਾਂ ਦੀ ਨਾਮ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਏ ਨੇ, ਪਰ ਉਹਨਾਂ ਦੀ ਬਾਣੀ ਦਰਜ ਨਹੀਂ ਹੈ। ਜਿਵੇਂ ਇੱਕ ਸਤਿਗੁਰ ਮਹਾਰਾਜ ਜੀ ਦੀ ਬਾਣੀ ਵਿੱਚ ਸ਼ਬਦ ਪੜ੍ਹਦੇ ਹਨ, ਨਾਮ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ ਦੇਖੋ, ਧਰੂ ਤੇ ਪ੍ਰਹਿਲਾਦ ਭਗਤ ਨੇ ਤੇ ਉਹਨਾਂ ਦੀ ਉਦਾਹਰਨ ਦਿੰਦੇ ਪਏ ਨੇ ਮਹਾਰਾਜ ਬਾਣੀ ਦੇ ਅੰਦਰ ਕਿ ਜੇਕਰ ਪ੍ਰਮਾਤਮਾ ਦੇ ਮਾਰਗ ਦੇ ਉੱਤੇ ਤੁਰਨਾ ਹੈ ਤੇ ਇਵੇਂ ਤੁਰੋ ਜਿਵੇਂ ਭਗਤ ਧਰੂ ਤੇ ਭਗਤ ਪ੍ਰਹਿਲਾਦ ਤੁਰਦੇ ਪਏ ਨੇ। ਜਿਵੇਂ ਉਹ ਤੁਰੇ ਤੇ ਉਹਨਾਂ ਨੇ ਤੁਰ ਕਰਕੇ ਉਹ ਮੁਕਾਮ ਹਾਸਲ ਕੀਤਾ ਜਿਹਨੂੰ ਭਗਤੀ ਦਾ ਸਿਖਰ ਆਖਦੇ ਆ। ਪਰ ਭਗਤ ਸਾਹਿਬ ਜੀ ਦਾ ਨਾਮ ਦਰਜ ਹੈ, ਪਰ ਬਾਣੀ ਉਹਨਾਂ ਦੀ ਦਰਜ ਨਹੀਂ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਵਈਏ ਪੜੋ ਤੇ ਉਹਨਾਂ ਦੇ ਵਿੱਚ ਦੂਰਬਾ, ਭਰੂਰੋ, ਅੰਗਰੇ ਨਾਮ ਆਉਂਦੇ ਨੇ। ਜਾਂ ਸਤਿਗੁਰੂ ਮਹਾਰਾਜ ਜੀ ਦੇ ਅੰਦਰ ਬਾਣੀ ਦੇ ਅੰਦਰ ਬਿਦਰ ਜੀ ਦਾ ਨਾਮ ਆਉਂਦਾ ਹੈ, ਰਾਜਨ ਕੌਣ ਤੁਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਪਾਵੇ। ਹੁਣ ਦੇਖੋ, ਬਿਦਰ ਨਾਮ ਆਇਆ ਹੈ, ਭਗਤ ਬਿਦਰ ਨੂੰ ਗਿਣਿਆ ਗਿਆ, ਪਰ ਭਗਤ ਬਿਦਰ ਜਿਹੜਾ ਹੈ ਉਹ ਬਾਣੀ ਦਾ ਉਚਾਰਨ ਕਰਤਾ ਨਹੀਂ ਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਕ ਗੱਲ ਸਪਸ਼ਟ ਬੜੀ ਕਰਦੇ ਨੇ ਕਿ ਜਿਹੜਾ ਪ੍ਰਮਾਤਮਾ ਦੇ ਮਾਰਗ ਦੇ ਉੱਤੇ ਤੁਰਦਾ ਹੈ ਨਾ, ਭਾਵੇਂ ਉਸ ਦੇ ਹਿਰਦੇ ਦੇ ਵਿੱਚੋਂ ਰੱਬ ਦਾ ਉਹ ਇਲਾਹੀ ਸੰਦੇਸ਼ ਪ੍ਰਗਟ ਹੋਇਆ ਹੋਵੇ, ਉਹ ਬਾਣੀ ਦੇ ਰੂਪ ਦੇ ਵਿੱਚ ਦਰਜ ਹੋਇਆ ਹੋਵੇ, ਜਾਂ ਸਾਖੀ ਦੇ ਰੂਪ ਦੇ ਵਿੱਚ ਉਹਨਾਂ ਦਾ ਕੋਈ ਉਪਦੇਸ਼ ਹੋਵੇ, ਔਰ ਸਤਿਗੁਰ ਮਹਾਰਾਜ ਇਹ ਗੱਲ ਆਖਦੇ ਨੇ, ਕਹਿਣ ਲੱਗੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਮਨ ਕਾ ਇਹ ਸੁਆਓ ਜਨ ਕੇ ਸੰਗ ਚਿਤ ਆਵੇ ਨਾ। ਬਹੁਤ ਸਾਰੇ ਸੰਤ ਭਗਤ ਮਹਾਂਪੁਰਖ ਜਿਨ੍ਹਾਂ ਦੇ ਅਸੀਂ ਜੀਵਨ ਦੇ ਵਿੱਚੋਂ ਸੇਧ ਲੈਂਦੇ ਆ, ਅਸੀਂ ਅੱਜ ਵੀ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਗੁਰਮਤਿ ਸਮਾਗਮ ਦੀ ਆਰੰਭਤਾ ਵਾਸਤੇ ਬੈਠੇ ਆ। ਔਰ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਕੋਈ ਵੀ ਮਹਾਂਪੁਰਖ ਸੰਸਾਰ ਦੇ ਵਿੱਚ ਆਉਂਦਾ ਹੈ ਤੇ ਉਹਦੇ ਜੀਵਨ ਦਾ ਜਾਂ ਇਸ ਜਗਤ ਵਿੱਚ ਆਉਣ ਦਾ ਜਿਹੜਾ ਮਨੋਰਥ ਆ ਉਹ ਨਿੱਜ ਵਾਸਤੇ ਨਹੀਂ, ਸਵਾਰਥ ਵਾਸਤੇ ਨਹੀਂ, ਪਰ ਉਪਕਾਰ ਦੀ ਭਾਵਨਾ ਦੇ ਵਾਸਤੇ ਹੈ। ਜਾਂ ਇਸ ਤਰ੍ਹਾਂ ਕਹਿ ਲੋ ਕਿ ਕਿਸੇ ਦੇ ਔਗਣਾਂ ਨੂੰ ਦੇਖ ਕੇ ਉਹਦੇ ਤੇ ਤਰਸ ਆ ਜਾਣਾ, ਕਿਸੇ ਦੀ ਗਰੀਬੀ ਦੇਖ ਕੇ ਉਹਦੇ ਉੱਤੇ ਤਰਸ ਆ ਜਾਣਾ, ਇਹ ਦੇਖ ਕੇ ਤਰਸ ਆ ਜਾਣਾ ਕਿ ਜੀਵਨ ਬਿਲਕੁਲ ਗੁਨਾਹਾਂ ਦੇ ਨਾਲ ਭਰਿਆ ਪਿਆ ਤੇ ਇਹਦਾ ਬਚਾਅ ਕਿਵੇਂ ਹੋ ਸਕੇ। ਸਤਿਗੁਰ ਮਹਾਰਾਜ ਪਾਵਨ ਬਾਣੀ ਦੇ ਅੰਦਰ ਇਹ ਕਿਰਪਾ ਕਰਦੇ ਨੇ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਜਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ, ਸੰਤੋ ਕਿ ਹੇ ਸੰਤ ਜਨੋ ਤੁਸੀਂ ਪ੍ਰਮਾਤਮਾ ਦੇ ਮਾਰਗ ਤੇ ਤੁਰੋ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਹੁਣ ਦੇਖੋ, ਬਚਨ ਇੱਥੇ ਇਹ ਗੱਲ ਮਹਾਰਾਜ ਆਖਦੇ ਪਏ ਨੇ ਕਿ ਜੇਕਰ ਕੋਈ ਸੰਤ ਦਾ ਬਚਨ ਕਮਾ ਲਵੇ, ਕਹਿਣੇ ਤੇ ਚੱਲੇ ਸੰਤ ਦੇ ਤੇ, ਪਰ ਇੱਥੇ ਇਹ ਮਹਾਰਾਜ ਗੱਲ ਨਾਲ ਆਖਦੇ ਨੇ ਕਿ ਸੰਤ ਤਾਰਦਾ ਨਹੀਂ ਪਿਆ, ਸਕੋ ਗੁਰੂ ਕਿਰਪਾ ਕਰਕੇ ਉਹਦਾ ਉਧਾਰ ਕਰ ਦਿੰਦਾ ਹੈ। ਮਹਾਰਾਜ ਆਖਦੇ ਪਏ ਨਾ, ਗੁਰ ਪ੍ਰਸਾਦੀ ਤਰੀਏ, ਕਿ ਸੰਤ ਦਾ ਬਚਨ ਕਮਾਇਆ ਤੇ ਤਾਰਿਆ ਗੁਰੂ ਨੇ ਹੈ ਉਹਨੂੰ। ਜਦੋਂ ਅਸੀਂ ਬਿਲਕੁਲ ਗੁਨਾਹਾਂ ਦੇ ਨਾਲ ਭਰ ਜਾਈਏ ਤੇ ਸਾਡੇ ਮਨ ਦੇ ਵਿੱਚ ਇਹ ਭਾਵਨਾ ਪੈਦਾ ਹੋ ਜਾਏ ਨਾ ਕਿ ਜੀ ਅਸੀਂ ਗੁਨਾਹਾਂ ਦੇ ਭਰੇ ਹੋਏ ਆ ਤੇ ਹੁਣ ਜੀਵਨ ਦਾ ਉਧਾਰ ਕਿਵੇਂ ਹੋਵੇਗਾ, ਕਿਵੇਂ ਅਸੀਂ ਇਸ ਚਿੱਕੜ ਦੇ ਵਿੱਚੋਂ ਨਿਕਲ ਸਕਾਂਗੇ, ਕਿਵੇਂ ਅਸੀਂ ਪ੍ਰਮਾਤਮਾ ਦੇ ਮਾਰਗ ਤੇ ਚੱਲ ਸਕਾਂਗੇ। ਸਤਿਗੁਰੂ ਮਹਾਰਾਜ ਸ਼ਲੋਕ ਸਹਿਸਕ੍ਰਿਤੀ ਅੰਦਰ ਆਖਦੇ ਨੇ, ਬਚਨ ਸਾਧ ਸੁਖ ਪੰਥਾ ਲਹੰਥਾ ਵੱਡ ਕਰਮ ਨੇ, ਕਿ ਜਿਨੇ ਸੰਤ ਦਾ, ਗੁਰਮੁਖ ਦਾ, ਸਾਧ ਦੇ ਬਚਨ ਨੂੰ ਕਮਾ ਲਿਆ, ਜੇ ਕੋ ਬਚਨ ਕਮਾਵੇ ਸੰਤਨ ਕਾ।
ਤੇ ਕਹਿਣ ਲੱਗੇ ਬਚਨ ਸਾਧ ਸੁਖ ਪੰਥਾ ਲਹੰਥਾ ਵੱਡ ਕਰਮ ਨੇ, ਕਿ ਜਿਹੜਾ ਬਚਨ ਕਮਾਏਗਾ ਉਹਦੇ ਚੰਗੇ ਭਾਗ ਹੋਣਗੇ, ਉਹ ਉੱਚੇ ਕਰਮਾਂ ਵਾਲਾ ਹੋਵੇਗਾ। ਹੁਣ ਸਤਿਗੁਰੂ ਮਹਾਰਾਜ ਇਹ ਗੱਲ ਆਖਦੇ ਨੇ ਕਿ ਜਿੱਦਨ ਤੇਰੇ ਮਨ ਦੇ ਵਿੱਚ ਇਹ ਵਿਸ਼ਵਾਸ ਹੋ ਜਾਵੇ ਕਿ ਮੈਂ ਹੁਣ ਤਰਨਾ ਹੈ, ਮੈਂ ਇਸ ਜੀਵਨ ਦੇ ਵਿੱਚੋਂ ਮੁਕਤ ਹੋਣਾ ਹੈ, ਮੈਂ ਵਿਕਾਰਾਂ ਦੇ ਵਿੱਚੋਂ ਨਿਕਲਣਾ ਹੈ, ਤੇ ਯਤਨ ਕਿਵੇਂ ਕਰਾਂ, ਕਿਵੇਂ ਇਹਨਾਂ ਤੋਂ ਬਚਾਂਗਾ, ਫਿਰ ਸਤਿਗੁਰੂ ਮਹਾਰਾਜ ਨਾ ਕੁਝ ਢੰਗ ਦੱਸਦੇ ਆ। ਇੱਕ ਤਾਂ ਮਹਾਰਾਜ ਜੀ ਦਾ ਅਸੀਂ ਬਚਨ ਪੜ੍ਹਦੇ ਆਂ, ਮਹਾਰਾਜ ਆਖਦੇ ਨੇ ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ। ਪਿੰਗਲਾ ਜਿਹੜਾ ਹੈ ਉਹਦੇ ਅੰਦਰ ਇੰਨੀ ਕੁ ਸਮਰੱਥਾ ਆ ਜਾਂਦੀ ਆ ਕਿ ਉਹ ਪਰਬਤਾਂ ਤੇ ਚੜਨ ਜੋਗਾ ਹੋ ਜਾਂਦਾ ਹੈ। ਦੇਖੋ, ਜਿਹੜਾ ਇਹ ਸੋਚਦਾ ਹੈ ਕਿ ਮੈਂ ਇੱਕ ਕਦਮ ਨਹੀਂ ਚੜ ਸਕਦਾ, ਇੱਕ ਕਦਮ ਨਹੀਂ ਪੁੱਟ ਸਕਦਾ, ਸੰਗਤ ਇੰਨਾ ਅਸਰ ਕਰਦੀ ਆ ਕਿ ਉਹ ਪਹਾੜਾਂ ਦੇ ਸਿਖਰਾਂ ਤੇ ਪਹੁੰਚ ਜਾਂਦਾ ਹੈ। ਇਹਦਾ ਭਾਵ ਇਹ ਆ ਕਿ ਜਿਵੇਂ ਅਸੀਂ ਜਗਤ ਦੇ ਵਿੱਚ ਵਿਚਰਦੇ ਪਏ ਆ, ਅਸੀਂ ਮਹਾਰਾਜ ਕਹਿੰਦੇ ਨੇ ਕਿ ਹਮ ਦੇਖਾਂ ਤਹਿ ਡੂਬੀ ਹਲੇ ਪੰਕਜ ਮੋਹ ਪੱਗ ਨਹੀਂ ਚਾਲੇ। ਪੱਗ ਦੇ ਇੱਥੇ ਅਰਥ ਪੈ ਰਿਹਾ ਜੀ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਪੰਕਜ ਦੇ ਮੋਹ ਦੇ ਚਿੱਕੜ ਦੇ ਵਿੱਚ ਫਸਿਆ ਹੋਇਆ ਜੀਵ ਪੱਗ ਨਹੀਂ ਚਾਲੇ, ਇੱਕ ਵੀ ਪੈਰ ਜਿਹੜਾ ਹੈ ਉਹ ਅੱਗੇ ਨਹੀਂ ਪੁੱਟਿਆ ਜਾ ਰਿਹਾ। ਤੇ ਮਹਾਰਾਜ ਕਹਿੰਦੇ ਹਮ ਦੇਖਾ ਤਹਿ ਡੂਬੀ ਹਲੇ। ਹੁਣ ਜਿੰਦੇ ਵਾਸਤੇ ਪੈਰ ਪੁੱਟਣਾ ਵੀ ਮੁਸ਼ਕਲ ਸੀ, ਮਹਾਰਾਜ ਕਹਿੰਦੇ ਜੇ ਕੋ ਬਚਨ ਕਮਾਵੇ ਸੰਤਨ ਕਾ। ਮਹਾਰਾਜ ਕਹਿੰਦੇ ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ। ਖਲ ਆਖਦੇ ਨੇ ਮੂਰਖ ਨੂੰ, ਤੇ ਮਹਾਰਾਜ ਕਹਿੰਦੇ ਨੇ ਖਲ ਚਤੁਰਬ ਕੀਤਾ। ਮੂਰਖਾਂ ਨੂੰ ਮਹਾਰਾਜ ਕਹਿੰਦੇ ਨੇ ਸੰਗਤ ਜਿਹੜੀ ਹੈ ਉਹ ਚਤੁਰ ਤੇ ਸਿਆਣਾ ਵਿਦਵਾਨ ਬਣਾ ਦਿੰਦੀ ਆ। ਜਿਵੇਂ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਪਾਤਸ਼ਾਹ ਅੰਬਾਲੇ ਗਏ ਸੀ। ਹੰਕਾਰੀ ਲਾਲ ਚੰਦ ਆਖਦਾ ਹੈ ਕਿ ਨਾਮ ਹਰਿਕ੍ਰਿਸ਼ਨ ਹੈ, ਉਮਰ ਛੋਟੀ, ਤੇ ਨਾਮ ਰੱਖਣ ਨਾਲ ਹਰਿਕ੍ਰਿਸ਼ਨ ਕਿਵੇਂ ਇੰਨੀ ਵੱਡੀ ਉੱਚੀ ਪਦਵੀ ਮਿਲ ਸਕਦੀ, ਗੁਰੂ ਕਿਵੇਂ ਕਹਾ ਸਕਦਾ ਹੈ? ਉਹਨੇ ਕਿਹਾ ਜੀ ਤੁਹਾਨੂੰ ਗੀਤਾ ਆਉਂਦੀ ਹੈ, ਅਰਥ ਸੁਣਾ ਸਕਦੇ ਹੋ? ਗੁਰੂ ਹਰਿਕ੍ਰਿਸ਼ਨ ਮਹਾਰਾਜ ਕਹਿੰਦੇ ਜੇ ਮੈਂ ਸੁਣਾਏ ਤੇ ਤੇਰੇ ਮਨ ਚ ਹੋਣਾ ਹੈ ਕਿ ਗੁਰੂ ਘਰੇ ਵਿਦਿਆ ਬਹੁਤ ਤੇ ਸ਼ਾਇਦ ਪੜ੍ਹੇ ਹੋਣਗੇ, ਤੂੰ ਜਿੰਦੇ ਤੋਂ ਕਰਵਾਉਣਾ ਚਾਹੁੰਦਾ ਤੂੰ ਉਹਨੂੰ ਲੈ ਕੇ ਆ, ਅਸੀਂ ਉਹਦੇ ਤੋਂ ਕਰਵਾ ਦਿੰਨੇ। ਖਲ ਚਤੁਰਬ ਕੀਤਾ ਜੇ ਕੋ ਬਚਨ ਕਮਾਵੇ ਸੰਤਨ ਕਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਇੱਕ ਝੀਵਰ ਜਾਤ ਦੇ ਛੱਜੂ ਨੂੰ ਲੈ ਕੇ ਆਂਦਾ, ਜਿਹੜਾ ਬਹੁਤਾ ਸਿਆਣਾ ਨਹੀਂ ਸੀ, ਜਿਵੇਂ ਗੂੰਗਾ ਬੋਲਾ ਕਹਿ ਲੋ। ਗੂੰਗਾ ਉਹਨੂੰ ਆਖਦੇ ਆ ਕਿ ਜਿਹਨੂੰ ਜਗਤ ਦੇ ਵਿੱਚ ਬੋਲਣ ਦੀ ਸਮਝ ਨਾ ਆਈ ਹੋਵੇ, ਬੋਲਾ ਜਿੰਦੀਆਂ ਕੰਨਾਂ ਦੇ ਵਿੱਚ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਗਿਆਨ ਨਾ ਪਿਆ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਲਿਆ ਕੇ ਬਿਠਾ ਕੇ ਕਹਿੰਦੇ ਜੀ ਇਹਦੇ ਤੋਂ ਅਰਥ ਕਰਾਓ। ਮਹਾਰਾਜ ਨੇ ਉਹ ਛੜੀ ਛੱਜੂ ਦੇ ਸੀਸ ਦੇ ਉੱਤੇ ਰੱਖੀ ਆ। ਹੁਣ ਕੱਲਾ ਛੜੀ ਨਹੀਂ, ਛੜੀ ਫੜਨ ਵਾਲੇ ਦੇ ਵਿੱਚ ਕਿਰਪਾ ਹੈ। ਉਹ ਕਿਰਪਾ ਦਾ ਘਰ ਹੈ, ਕਿਰਪਾ ਦਾ ਸਾਗਰ ਹੈ। ਹੁਣ ਲਾਲ ਚੰਦ ਗੀਤਾ ਦਾ ਸ਼ਲੋਕ ਪੜ੍ਹਦਾ ਹੈ ਤੇ ਛੱਜੂ ਝੀਵਰ ਜਿਹੜਾ ਹੈ ਇੱਕ ਇੱਕ ਸ਼ਲੋਕ ਦੇ 11 11 20 22 ਅਰਥ ਕਰਦਾ ਪਿਆ ਹੈ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਜੇਕਰ ਕੋਈ ਬਚਨ ਕਮਾ ਲਵੇ ਤੇ ਮਹਾਰਾਜ ਕਹਿੰਦੇ ਨੇ ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ। ਇਹ ਵੀ ਮਹਾਰਾਜ ਕਹਿੰਦੇ ਨੇ ਕਿ ਜੇ ਕੋ ਬਚਨ ਕਮਾਵੇ ਸੰਤਨ ਕਾ। ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ। ਅੰਦੁਲੇ ਤ੍ਰਿਭਵਨ ਸੁਜਿਆ ਗੁਰ ਭੇਟ ਪੁਨੀਤਾ। ਗੁਰੂ ਨੂੰ ਮਿਲਦੇ ਆ, ਜਿਹੜਾ ਬੰਦਾ ਆਪਦੇ ਘਰ ਦੀਆਂ ਕੰਧਾਂ ਤੋਂ ਬਾਹਰ ਨਹੀਂ ਸੀ ਦੇਖ ਸਕਦਾ, ਉਹਨੂੰ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ। ਅੰਦੁਲੇ ਦੇ ਅਰਥ ਅੰਨਾ, ਇਹ ਨਹੀਂ ਅੰਨਾ। ਮਹਾਰਾਜ ਕਹਿੰਦੇ ਨੇ ਅੰਧੇ ਇਹਨਾਂ ਆਖੀਆਂ ਜਿਨ ਮੁਖ ਲੋਇਨ ਨਾਹੇ, ਅੰਧੇ ਸਈ ਨਾਨਕਾ ਖਸਮੋ ਕੁੱਥੇ ਜਾਹੇ। ਮਹਾਰਾਜ ਕਹਿੰਦੇ ਉਹ ਅੰਨੇ ਨਹੀਂ ਜਿਨ੍ਹਾਂ ਨੂੰ ਰਾਹ ਨਹੀਂ ਦਿਸਦੇ, ਜਿਨ੍ਹਾਂ ਨੂੰ ਜੀ ਨਹੀਂ ਦਿਸਦੇ, ਜਿਨ੍ਹਾਂ ਨੂੰ ਘਰ ਬੂਹੇ ਬਾਰੀਆਂ ਨਹੀਂ ਦਿਸਦੇ। ਮਹਾਰਾਜ ਕਹਿੰਦੇ ਅੰਨੇ ਉਹ ਹੁੰਦੇ ਨੇ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ। ਜਿਹੜੇ ਪਰਮਾਤਮਾ ਦੇ ਸ਼ਬਦ ਦੇ ਨਾਲ ਸਾਂਝ ਨਹੀਂ ਕਰਦੇ, ਮਹਾਰਾਜ ਕਹਿੰਦੇ ਉਹ ਮਾਨਸਿਕ ਤੌਰ ਤੇ ਅੰਨੇ ਨੇ। ਤੇ ਸੁਜਾਖਾ ਹੋਣ ਵਾਸਤੇ ਮਹਾਰਾਜ ਕਹਿੰਦੇ ਨੇ ਕੀ ਕਰਨਾ? ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼। ਅਗਿਆਨਤਾ ਦਾ ਹਨੇਰਾ। ਅੰਨੇ ਅੱਗੇ ਕੀ ਹੈ ਜੀ?
ਚਾਨਣ ਥੋੜੀ ਹੁੰਦਾ ਹੈ। ਅੰਨੇ ਨੂੰ ਪੁੱਛ ਕੇ ਦੇਖੋ ਜੀ ਕੀ ਦਿਸਦਾ, ਉਹ ਕਹੇਗਾ ਜੀ ਹਨੇਰਾ ਹੀ ਦਿਸਦਾ, ਜਿੱਥੇ ਮਰਜ਼ੀ ਲੈ ਜਾਓ, ਭਾਵੇਂ ਸੂਰਜ ਦੇ ਸਾਹਮਣੇ ਬਿਠਾ ਦਿਓ ਤੇ ਭਾਵੇਂ ਇੱਕ ਕੋਠੜੀ ਦੇ ਅੰਦਰ ਵਾੜ ਕੇ ਬਿਠਾ ਦਿਓ, ਉਹਦੇ ਵਾਸਤੇ ਸਭ ਕੁਝ ਹੀ ਹਨੇਰਾ ਹੈ। ਤੇ ਅਗਿਆਨਤਾ ਜਿਹੜੀ ਹੈ ਉਹ ਵੀ ਹਨੇਰਾ ਹੈ। ਤੇ ਸਤਿਗੁਰ ਮਹਾਰਾਜ ਕਹਿੰਦੇ ਜਦੋਂ ਗੁਰੂ ਗਿਆਨ ਰੂਪੀ ਸੁਰਮਾ ਪਾ ਦਿੰਦਾ ਹੈ, ਉਦਨ ਅਗਿਆਨ ਰੂਪੀ ਹਨੇਰਾ ਖਤਮ ਹੋ ਜਾਂਦਾ ਹੈ। ਅੰਦਲੇ ਤ੍ਰਿਭਵਨ ਸੁਜਿਆ ਗੁਰ ਭੇਟ ਪੁਨੀਤਾ। ਤੇ ਮਹਾਰਾਜ ਅੱਗੇ ਕਹਿੰਦੇ ਨੇ ਮਹਿਮਾ ਸਾਧੂ ਸੰਗ ਕੀ ਸੁਨਹੋ, ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ। ਮਹਾਰਾਜ ਕਹਿੰਦੇ ਨੇ ਸੰਗਤ ਜਿਹੜੀ ਹੈ ਉਹ ਨਿਰਮਲ ਕਰ ਦਿੰਦੀ ਆ, ਸੰਗਤ ਗੁਨਾਹਾਂ ਦੀ ਮੈਲ ਧੋ ਕੇ ਰੱਖ ਦਿੰਦੀ ਆ। ਜਿਵੇਂ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਪਾਪਾਂ ਦਾ ਭਰਿਆ ਹੋਇਆ ਅਜਾਮਲ, ਜਿਹਨੂੰ ਲੋਕ ਵੀ ਆਖਦੇ ਸੀ ਸਭ ਤੋਂ ਵੱਡਾ ਪਾਪੀ ਵੇਖਣਾ ਹੋਵੇ ਤੇ ਅਜਾਮਲ ਨੂੰ ਦੇਖ ਲਓ, ਪਰ ਸੰਗਤ ਨੇ ਇੰਨਾ ਕੁ ਅਸਰ ਕੀਤਾ, ਨਿਮਖ ਮਾਹੇ ਨਿਸਤਾਰਾ, ਜੁਗਤੀ ਮਿਲ ਗਈ ਤੇ ਨਿਮਖ ਦੇ ਵਿੱਚ ਜਿਹੜਾ ਸੀ ਉਹਦਾ ਉਧਾਰ ਹੋਇਆ। ਤੇ ਮਹਾਰਾਜ ਨੇ ਇਹ ਉਦਾਹਰਨ ਬਾਣੀ ਦੇ ਵਿੱਚ ਦਰਜ ਕਰ ਦਿੱਤੀ। ਸਤਿਗੁਰ ਮਹਾਰਾਜ ਕਹਿੰਦੇ ਨੇ ਗਨਕਾ ਪਾਪਨ ਹੋਏ ਕੇ ਪਾਪਾਂ ਦਾ ਗਲ ਹਾਰ ਪਰੋਤਾ। ਹੁਣ ਉਹ ਇਹ ਨਹੀਂ ਕਿ ਜਿਵੇਂ ਅਸੀਂ ਕਈ ਵਾਰੀ ਦੇਖਦੇ ਆ ਨਾ ਕਿ ਕਿਸੇ ਦੀ ਮੂਰਤੀ ਦੇਖੋ, ਉਹਨੇ ਗਲ ਦੇ ਵਿੱਚ ਸਿਰਾਂ ਦੇ ਹਾਰ ਪਾਏ ਹੁੰਦੇ ਨੇ। ਇੱਕ ਡਾਕੂ ਹੋਇਆ ਜੀ ਮਹਾਤਮਾ ਬੁੱਧ ਦੇ ਸਮੇਂ, ਉਹਨੂੰ ਕਹਿੰਦੇ ਸੀ ਉਂਗਲੀ ਮਾਰ। ਉਹ ਜਦੋਂ ਕਿਸੇ ਦਾ ਕਤਲ ਕਰਦਾ ਸੀ, ਇੱਕ ਉਹਦੀ ਉਂਗਲੀ ਕੱਟ ਲੈਂਦਾ ਸੀ ਤੇ ਉਂਗਲੀ ਕੱਟ ਕੇ ਤੇ ਉਹਨੇ ਮਾਲਾ ਵਿੱਚ ਪਰੋਈ ਹੋਣੀ ਤੇ ਉਹਦੇ ਵਿੱਚ ਇੱਕ ਉਂਗਲੀ ਉਹ ਵੀ ਪਾ ਲੈਣੀ, ਉਹਨੂੰ ਉਂਗਲੀ ਮਾਰ ਡਾਕੂ ਆਖਦੇ। ਲੋਕੀ ਰਾਹ ਛੱਡ ਦਿੰਦੇ ਸੀ, ਉਹਨਾਂ ਰਾਹਾਂ ਤੋਂ ਨਹੀਂ ਜਾਂਦੇ ਜਿੱਥੇ ਉਂਗਲੀ ਮਾਰ ਡਾਕੂ ਰਹਿੰਦਾ ਸੀ। ਹੁਣ ਪਾਪਾਂ ਦਾ ਗਲ ਹਾਰ ਪਰੋਤਾ ਗਨਕਾ ਤੋਂ ਇਹ ਸੀ ਕਿ ਜਿੰਦਾ ਹਾਰ ਤੇ ਸ਼ਿੰਗਾਰ ਭਾਵੇਂ ਦੁਨਿਆਵੀ ਤੌਰ ਤੇ ਸੋਹਣੇ ਲੱਗਣ ਵਾਸਤੇ ਹਾਰ ਸ਼ਿੰਗਾਰ ਕੀਤਾ ਜਾ ਰਿਹਾ ਸੀ, ਪਰ ਹਰ ਸ਼ਿੰਗਾਰ ਜਿਹੜਾ ਸੀ ਉਹਦੇ ਵਿੱਚ ਪਾਪ ਸੀ, ਉਹਦੇ ਵਿੱਚ ਪਾਪ ਕਮਾਉਣ ਦੀ ਭਾਵਨਾ ਸੀ, ਉਹਦੇ ਵਿੱਚ ਵਾਸ਼ਨਾ ਲਿਪਤ ਹੋਈ ਭਾਵਨਾ ਹੋਈ ਸੀ। ਤੇ ਮਹਾਰਾਜ ਕਹਿੰਦੇ ਨੇ ਜਿੱਦਨ ਸੰਗਤ ਮਿਲੀ, ਇੱਕ ਸਾਧੂ ਗੁਰਮੁਖ ਪਿਆਰਾ ਉਹਦੇ ਬੂਹੇ ਅੱਗੇ ਆ ਕੇ ਖਲੋਤਾ, ਉਹਨੇ ਦੇਖਿਆ, ਕਹਿੰਦੇ ਦੇਖੋ ਮੈਂ ਆਰੰਭਤਾ ਦੇ ਵਿੱਚ ਇਹ ਗੱਲ ਆਖੀ ਕਿ ਸੰਤ ਜਿਹੜਾ ਹੈ ਉਹ ਕਿਸੇ ਦੇ ਗੁਨਾਹਾਂ ਨੂੰ ਵੇਖ ਕੇ ਨਫ਼ਰਤ ਨਹੀਂ ਕਰਦਾ, ਸਗੋਂ ਤਰਸ ਕਰਕੇ ਉਹਦੇ ਜੀਵਨ ਨੂੰ ਬਦਲ ਦਿੰਦਾ ਹੈ, ਉਹਦੇ ਅੰਦਰ ਤਰਸ ਹੈ। ਹੁਣ ਉਹ ਗਨਕਾ ਦਾ ਜੀਵਨ ਦੇਖ ਕੇ ਉਹਨੇ ਇਹ ਨਹੀਂ ਦੇਖਿਆ ਕਿ ਇਹਨੂੰ ਲੋਕੀ ਸਮਾਜਿਕ ਲੋਕੀ ਵਾਸ਼ਨਾ ਦੀ ਨਿਗਾਹ ਨਾਲ ਦੇਖਦੇ ਨੇ, ਮੈਂ ਇਹਦੇ ਤੋਂ ਕੀ ਲੈਣਾ, ਇਹ ਜੀਵਨ ਇਹਦਾ ਗਿਆ ਤੇ ਮੈਂ ਕੀ ਕਰਾਂ। ਪਰ ਉਹਦੇ ਅੰਦਰ ਤਰਸ ਸੀ ਕਿ ਨਹੀਂ ਇਹ ਵੀ ਤਰ ਸਕਦੀ ਆ ਜੇਕਰ ਪ੍ਰਮਾਤਮਾ ਦਾ ਬਚਨ ਕਮਾਵੇ। ਉਥੇ ਫਿਰ ਉਹਨੇ ਆਪਣੇ ਕੋਲ ਇੱਕ ਤੋਤਾ ਦਿੱਤਾ, ਉਹਨੇ ਹੱਥ ਜੋੜ ਕੇ ਬੈਠੇ ਆਖਿਆ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਿੱਦਨ ਅਸੀਂ ਇਹ ਮੰਨ ਲਈਏ ਨਾ ਕਿ ਅਸੀਂ ਗੁਨੇਗਾਰ ਆ ਤੇ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਕਹੀਏ ਮਹਾਰਾਜ ਬਖਸ਼ ਲੋ, ਪਹਿਲੋਂ ਗੁਨਾਹ ਮੰਨਣੇ ਪੈਂਦੇ ਫਿਰ ਬਖਸ਼ੇ ਜਾਂਦੇ ਆ। ਸਤਿਗੁਰ ਮਹਾਰਾਜ ਪਾਤਸ਼ਾਹ ਇਹ ਉਦਾਹਰਨ ਦਿੰਦੇ ਪਏ ਨੇ ਕਿ ਉਸ ਸਾਧੂ ਦੇ ਅੱਗੇ ਗਨਕਾ ਹੱਥ ਜੋੜ ਕੇ ਆਖਦੀ, ਕਹਿੰਦੀ ਸਾਰਾ ਜੀਵਨ ਗੁਨਾਹਾਂ ਦੇ ਵਿੱਚ ਗੁਜ਼ਰ ਗਿਆ, ਵਾਸਨਾ ਦੇ ਵਿੱਚ ਗੁਜ਼ਰਿਆ, ਦਿਨ ਵੀ ਵਾਸਨਾ 'ਚ ਗੁਜ਼ਰਦਾ ਹੈ ਤੇ ਰਾਤ ਵੀ ਵਾਸਨਾ 'ਚ ਗੁਜ਼ਰਦੀ ਪਈ, ਮੈਂ ਕਿਵੇਂ ਤਰਾਂਗੀ। ਉਹਨੇ ਕਿਹਾ ਘਬਰਾ ਨਾ, ਕਹਿੰਦੇ ਆ ਇੱਕ ਤੋਤਾ ਮੇਰਾ ਸਾਥੀ ਆ, ਇਹ ਜਦੋਂ ਵੀ ਮੈਂ ਲੰਘਾਂ ਤੇ ਮੈਨੂੰ ਆਵਾਜ਼ ਮਾਰ ਕੇ ਕਹੂ ਬੋਲ ਰਾਮ ਰਾਮ, ਤੂੰ ਇਹਨੂੰ ਕੋਲ ਰੱਖਣ ਦੀ ਸੰਗਤ ਕਰੀ। ਤੇ ਬਾਣੀ ਦੇ ਅੰਦਰ ਮਹਾਰਾਜ ਕਹਿੰਦੇ ਨੇ ਸੰਗਤ ਦਾ ਦੇਖੋ ਗੁਣ ਇੰਨਾ ਵੱਡਾ ਸੀ ਕਿ ਗਨਕਾ ਜਿਹੜੀ ਪਾਪਨ ਸੀ, ਜੀਵਨ ਦੇ ਨਾਲ ਪਾਪਾਂ ਦੇ ਨਾਲ ਭਰੀ, ਮਹਾਰਾਜ ਸੱਚੇ ਪਾਤਸ਼ਾਹ ਆਖਦੇ ਪਏ ਨੇ ਕਿ ਉਹੀ ਗਨਕਾ ਜਿਹਨੂੰ ਲੋਕ ਪਾਪਨ ਕਹਿੰਦੇ ਸੀ, ਵਾਸ਼ਨਾ ਦਾ ਘਰ ਆਖਦੇ ਪਏ ਸੀ, ਸੋਹਰ ਨੈਨੋ ਕੀ ਪੁੱਤਰੀ। ਸੂਆ ਪੜਾਵਤ, ਸੂਆ ਤੋਤਾ, ਸੂਏ ਨੂੰ ਤੋਤੇ ਨੂੰ ਪੜਾਉਂਦਿਆਂ ਰਾਮ ਰਾਮ ਕਹਿੰਦਿਆਂ ਇੰਨੀ ਕੁ ਸੁਰਤ ਜੁੜ ਗਈ, ਇੰਨਾ ਕੁ ਅਸਰ ਹੋਇਆ ਤੇ ਕਹਿਣ ਲੱਗੇ ਸੂਆ ਪੜਾਵਤ ਗਨਕਾ ਤਰੀ ਸੋਹਰ ਨੈਨੋ ਕੀ ਪੁੱਤਰੀ। ਰੱਬ ਨੇ ਇਹਨੂੰ ਆਪਣੀਆਂ ਅੱਖਾਂ ਦੀ ਪੁਤਲੀ ਬਣਾ ਲਿਆ, ਅੱਖਾਂ ਤੇ ਬਿਠਾ ਲਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਇੱਕ ਪਹਿਲੀ ਗੱਲ ਹੈ ਕਿ ਜੇਕਰ ਜੀਵਨ ਦੇ ਵਿੱਚੋਂ ਇਹ ਪਾਪਾਂ ਦੀ ਮੈਲ ਨੂੰ ਧੋਣਾ ਹੈ, ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਦੂਸਰਾ ਤਰੀਕਾ ਕੀ ਹੈ ਜੀ, ਮਹਾਰਾਜ ਪਾਤਸ਼ਾਹ ਕਹਿੰਦੇ ਸੁਨ ਹਰ ਕਥਾ ਉਤਾਰੀ ਮੈਲ। ਕਥਾ ਜੀਵਨ ਬਦਲਦੀ ਪਈ ਆ।
ਗੁਰੂ ਨਾਨਕ ਦੇਵ ਮਹਾਰਾਜ ਆਪ ਕਰਤਾਰਪੁਰ ਕਥਾ ਕਰਿਆ ਕਰਦੇ ਸੀ, ਭਾਈ ਗੁਰਦਾਸ ਸਾਹਿਬ ਜੀ ਕਰਦੇ ਸੀ। ਗੁਰੂ ਹਰਗੋਬਿੰਦ ਸਾਹਿਬ ਦੀ ਉਦਾਹਰਨ ਮਿਲਦੀ ਹੈ। ਮਹਾਰਾਜ ਜੰਮੂ ਗਏ ਤੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਿੱਖਾਂ ਨੇ ਕਿਹਾ, ਮਹਾਰਾਜ ਜਪਜੀ ਸਾਹਿਬ ਦੇ ਅਰਥ ਸੁਣਾਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਪਜੀ ਸਾਹਿਬ ਦੀ ਕਥਾ ਆਪ ਕੀਤੀ ਤੇ ਜਿੱਦਣ ਸਮਾਪਤੀ ਕੀਤੀ ਉਦਣ ਕਿਹਾ ਸੀ, ਜਪਜੀ ਦੀ ਕਥਾ ਕੇਵਲ ਗੁਰੂ ਨਾਨਕ ਜਾਣਦੇ ਆ, ਮੈਂ ਜਿੰਨਾ ਕੁ ਜਾਣਦਾ ਸੀ ਉਨਾ ਕੁ ਹੀ ਬਿਆਨ ਕਰ ਸਕਿਆ। ਕਿਉਂਕਿ ਦੇਖੋ ਵਡਿਆਈ ਗੁਰੂ ਨਾਨਕ ਦੇਵ ਮਹਾਰਾਜ ਜਪਜੀ ਤੁਸੀਂ ਰੋਜ਼ ਪੜੋ ਤੇ ਜਪਜੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਆਖਣਗੇ ਕਿ ਬੜੀਆਂ ਸਾਰਾ ਕੁਝ ਮਹਾਰਾਜ ਆਖ ਦੇਣਗੇ ਕਿ ਇੰਨੇ ਕੇਤਿਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ। ਮਹਾਰਾਜ ਆਖਣਗੇ ਕਿ ਸੰਖ ਜਪ ਅਸੰਖ ਭਾਓ। ਤੇ ਜਦੋਂ ਸਮਾਪਤੀ ਕਰਨਗੇ ਮਹਾਰਾਜ ਕਹਿਣਗੇ, ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ। ਮਹਾਰਾਜ ਕਹਿਣਗੇ ਮੈਂ ਕੁਛ ਨਹੀਂ ਜਾਣਦਾ, ਮੈਨੂੰ ਕੁਝ ਨਹੀਂ ਆਉਂਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਸੁਨ ਹਰ ਕਥਾ ਉਤਾਰੀ ਮੈਲ। ਤੀਸਰਾ ਢੰਗ ਕਿਹੜਾ ਹੈ? ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਗੁਰਬਾਣੀ ਸੁਣ ਮੈਲ ਗਵਾਈ। ਜੇ ਕੁਝ ਵੀ ਕਰਨਾ ਨਹੀਂ ਆਉਂਦਾ, ਕਥਾ ਕਰਨੀ ਸੁਣਨੀ ਟਾਈਮ ਨਹੀਂ ਮਿਲਦਾ, ਜੇ ਕਿਸੇ ਸੰਤ ਮਹਾਂਪੁਰਸ਼ ਦੀ ਸੰਗਤ ਨਹੀਂ ਮਿਲਦੀ ਪਈ, ਤੀਸਰਾ ਤਰੀਕਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ, ਗੁਰਬਾਣੀ ਸੁਣ ਮੈਲ ਗਵਾਈ। ਮਹਾਰਾਜ ਕਹਿੰਦੇ ਬਾਣੀ ਸੁਣਿਆ ਕਰ। ਬਾਣੀ ਇਹ ਨਹੀਂ, ਇਹ ਧਾਰਮਿਕ ਗ੍ਰੰਥ ਨਹੀਂ ਹੈ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਗੁਰੂ ਗ੍ਰੰਥ ਹੈ। ਤੇ ਜਿਹੜਾ ਗੁਰੂ ਦੇ ਕੋਲ ਆ ਕੇ ਬੈਠਦਾ ਹੈ ਨਾ, ਸਤਿਗੁਰੂ ਮਹਾਰਾਜ ਉਹਦਾ ਜੀਵਨ ਬਦਲ ਦਿੰਦੇ ਆ। ਆਪ ਨੇ ਉਪਰਾਲਾ ਕੀਤਾ ਹੈ, ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਅਸੀਂ ਸੰਗਤ ਕਰਦੇ ਆ ਤੇ ਸੰਗਤ ਕਰਦਿਆਂ ਹੋਇਆਂ ਹੀ ਜੀਵਨ ਦੇ ਵਿੱਚ ਉਧਾਰ ਹੁੰਦਾ ਹੈ, ਸੰਗਤ ਕਰਦਿਆਂ ਹੋਇਆਂ ਹੀ ਜੀਵਨ ਦੇ ਵਿੱਚ ਨਿਖਾਰ ਆਉਂਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਰਹਿਮਤ ਕਰਨ, ਆਪ ਜੀ ਦੇ ਉਪਰਾਲੇ ਸਫਲ ਹੋਵਨ। ਔਰ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਿ ਹਰ ਚੀਜ਼ ਦਾ ਨਾ ਮੰਥਨ ਹੁੰਦਾ ਹੈ, ਕਿ ਕੋਈ ਵੀ ਕੰਮ ਕਰੋ ਅਸੀਂ ਮੰਥਨ ਕਰਦੇ ਆ, ਰਿਜ਼ਲਟ ਕੱਢਦੇ ਆ ਕਿ ਆ ਕੁਝ ਕੀਤਾ ਸੀ ਤੇ ਵਿੱਚੋਂ ਨਿਕਲ ਕੇ ਕੀ ਆਇਆ। ਆਪ ਜੀ ਧਾਰਮਿਕ ਸਮਾਗਮ ਕਰਦੇ, ਸੰਤ ਮਹਾਂਪੁਰਸ਼ ਆਉਂਦੇ ਆ, ਇੱਕ ਸਭ ਕੁਝ ਕਰਨ ਦਾ ਭਾਵ ਕੱਲਾ ਇਹ ਨਹੀਂ ਕਿ ਲੰਗਰ ਕਿਹੜਾ ਕਿਹੜਾ ਬਣਿਆ, ਕਿਹੜੀਆਂ ਕਿਹੜੀਆਂ ਚੀਜ਼ਾਂ ਬਣੀਆਂ, ਕਿੰਨੀਆਂ ਸਵਾਦੀ ਬਣੀਆਂ, ਜਾਂ ਕਹਿ ਦਿੱਤਾ ਕਿ ਨਹੀਂ ਜੀ ਆਹ ਕੰਮ ਮਾੜਾ ਕੀਤਾ, ਆਹ ਚੀਜ਼ ਸਵਾਦ ਨਹੀਂ ਬਣਾਈ। ਨਹੀਂ ਨਹੀਂ, ਖਾਣ ਪੀਣਾ ਤੇ ਥੋੜੇ ਚਿਰ ਵਾਸਤੇ ਹੀ ਹੁੰਦਾ ਹੈ ਨਾ, ਜੋ ਖਾਦਾ ਹੁਣ ਖਾਦਾ। ਬੁੱਲੇ ਸ਼ਾਹ ਆਖਦੇ ਨੇ, ਬੁੱਲਿਆ ਮੌਤੋਂ ਭੁੱਖ ਬੁਰੀ, ਸਵੇਰੇ ਸੁੱਤੇ ਖਾ ਕੇ ਰਾਤੀ ਉੱਠ ਖੜੀ। ਕਹਿੰਦੇ ਮੌਤ ਤੋਂ ਜ਼ਿਆਦਾ ਤੇ ਭੁੱਖ ਮਾੜੀ ਏ। ਉਹ ਕਹਿੰਦੇ ਰਾਤੀ ਖਾ ਕੇ ਸੌਂਦੇ ਆ ਤੇ ਸਵੇਰੇ ਫੇਰ ਲੱਗੀ ਹੁੰਦੀ ਆ। ਹੁਣ ਖਾਣਾ ਜ਼ਰੂਰੀ ਨਹੀਂ, ਆਤਮਿਕ ਭੋਜਨ ਦੀ ਵੀ ਜ਼ਰੂਰਤ ਹੈ। ਸਮਾਗਮ ਚੱਲਣਾ ਹੈ, ਆਰੰਭਤਾ ਹੋ ਜਾਣੀ ਹੈ, ਸਮਾਪਤੀ ਤੋਂ ਬਾਅਦ ਵਿੱਚ ਅਰਦਾਸ ਤੋਂ ਬਾਅਦ ਵਿੱਚ ਵੱਡੇ ਦੀਵਾਨ ਅਸਥਾਨ ਦੇ ਉੱਪਰ ਪੰਡਾਲ ਦੇ ਵਿੱਚ ਆਰੰਭਤਾ ਹੋਣੀ ਹੈ ਸਮਾਗਮ ਦੀ। ਆਪ ਜੀ ਨੇ ਜਿਹੜਾ ਵੀ ਬੁਲਾਰਾ ਬੋਲਦਾ ਹੈ ਉਸ ਨੂੰ ਗੁਰੂ ਦਾ ਉਪਦੇਸ਼ ਜਾਣ ਕਰਕੇ ਹਿਰਦੇ ਵਿੱਚ ਵਸਾਉਣਾ ਹੈ, ਤਾਂ ਹੀ ਸਾਡਾ ਜੀਵਨ ਜਿਹੜਾ ਹੈ ਉਹ ਸਫਲ ਹੋ ਸਕੇਗਾ। ਗੁਰਮੁਖ ਪਿਆਰੇ, ਸਤ ਸੰਗੀ ਬਣੋ, ਸਤਿਗੁਰੂ ਮਹਾਰਾਜ ਜੀ ਦੀ ਬਾਣੀ ਪੜੋ, ਜਿੰਨਾ ਹੋ ਸਕੇ ਸੰਗਤ ਕਰੋ, ਸੇਵਾ ਕਰੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਰਹਿਮਤ ਕਰਨ ਜੀ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਭਨਾਂ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰਦਾਰ ਪ੍ਰਹਿਲਾਦ ਸਿੰਘ ਜੀ ਜਿਨ੍ਹਾਂ ਨੇ ਹੁਕਮ ਕੀਤਾ। ਕੱਲ ਦਿੱਲੀ ਕਥਾ ਸੀ ਗੁਰਦੁਆਰਾ ਸੀਸਗੰਜ ਸਾਹਿਬ, ਤੇ ਕਹਿੰਦੇ ਸੀ ਤੁਸੀਂ ਅੰਮ੍ਰਿਤ ਵੇਲੇ ਹਾਜ਼ਰੀ ਪਹੁੰਚਣੀ। ਰਾਤੀ ਮੈਂ 12 ਵਜੇ ਅੰਮ੍ਰਿਤਸਰ ਪਹੁੰਚਿਆ, ਸਨੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਮਹਾਰਾਜ ਨੇ ਕਿਰਪਾ ਕੀਤੀ ਕਿ ਆਪ ਜੀ ਤੇ ਚਰਨ ਪਰਸਨ ਦਾ ਸੁਭਾਗ ਪ੍ਰਾਪਤ ਹੋਇਆ। ਭਾਈ ਸਾਹਿਬ ਉਹਨਾਂ ਦਾ ਬਹੁਤ ਧੰਨਵਾਦ, ਬਹੁਤ ਪਿਆਰ ਵਾਲੇ ਤੇ ਬਹੁਤ ਪਿਆਰ ਵੀ ਦਿੰਦੇ ਨੇ। ਸਭਨਾਂ ਦਾ ਧੰਨਵਾਦ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਅਸੀਸ ਬਖਸ਼ੋ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ